ਕਾਰਜ ਸਾਚਾ ਹਰ ਗੁਣ ਸਦਾ ਵਖਾਣੇ ਰਾਮ। ਭਗਤ ਖਜ਼ਾਨਾ ਆਪੇ ਦਿਆ, ਕਾਲ ਕੰਟਕ ਮਾਰ ਸੁਮਾਣੇ ਰਾਮ। ਕਾਲ ਕੰਟਕ ਮਾਰ ਸੁਮਾਣੇ ਹਰ ਮਨ ਭਾਣੇ। ਨਾਮ ਨਿਧਾਨ ਸਚ ਪਾਇਆ, ਸਦਾ ਅਖੁੱਟ ਕਦੇ ਨਾ ਨਿਕੁਟੈ। ਹਰ ਦੀਆ ਸਹਿਜ ਸੁਭਾਇਆ, ਹਰ ਜਨ ਊਚੇ ਸਦ ਹੀ ਊਚੇ। ਗੁਰ ਕੈ ਸ਼ਬਦ ਸੁਹਾਇਆ, ਨਾਨਕ ਆਪੇ ਬਖਸ਼ ਮਿਲਾਏ। ਜੁਗ ਜੁਗ ਸੋਭਾ ਪਾਇਆ, ਨਾਨਕ ਆਪੇ ਬਖਸ਼ ਮਿਲਾਏ। ਜੁਗ ਜੁਗ ਸੋਭਾ ਪਾਇਆ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਏਮਾਨ ਗੁਰੂ ਪਿਆਰਿਓ, ਆਪ ਸਾਰੇ ਹੀ ਅਤੀ ਸਤਿਕਾਰਯੋਗ ਧੰਨਤਾ ਦੇ ਯੋਗ ਹੋ। ਵੱਡੇ ਭਾਗ ਨੇ ਸਤਿਗੁਰਾਂ ਦੀ ਕਿਰਪਾ ਸਦਕਾ ਗੁਰੂ ਕੀ ਪਾਵਨ ਬਾਣੀ ਨਾਲ ਜੁੜਨ ਦਾ ਸੁਭਾਗ ਮਿਲਿਆ। ਆਓ ਜਿੰਨਾ ਵੀ ਸਮਾਂ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਹੋਵੇਗਾ, ਉਹਨੇ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਗੁਰਬਾਣੀ ਵਿਚਾਰ ਕਰਨ ਦਾ ਯਤਨ ਕਰੀਏ। ਪਾਤਸ਼ਾਹ ਜੀ ਮਿਹਰ ਕਰਨ। ਗੁਰਬਾਣੀ ਵਿਚਾਰ ਸੁਣਨ ਤੋਂ ਪਹਿਲਾਂ ਸਾਰੀ ਸੰਗਤ ਨੇ ਗੁਰਫਤਿਹ ਦੀ ਸਾਂਝ ਪਾਉਣੀ। ਪ੍ਰੇਮ ਭਾਵਨਾ ਸਤਿਕਾਰ ਸਹਿਤ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੀ ਮੁਬਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤੇ ਹੋਏ ਸੂਹੀ ਰਾਗ ਦੇ ਵਿੱਚ ਪਾਵਨ ਸ਼ਬਦ ਭਗਤ ਜਨਾਂ ਕੀ ਹਰ ਜੀਉ ਰਾਖੈ, ਜੁਗ ਜੁਗ ਰੱਖਦਾ ਆਇਆ। ਇਹਦੀ ਵਿਚਾਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਸ਼ੁਰੂ ਕੀਤੀ ਸੀ। ਰੋਜ਼ਾਨਾ ਇੱਕ ਇੱਕ ਪਦਾ ਵਿਚਾਰਦੇ ਆਏ ਹਾਂ। ਅੱਜ ਲਾਸਟ ਵਾਲਾ ਪਦਾ ਹੈ, ਉਹ ਵੀ ਭਗਤਾਂ ਦੇ ਨਾਲ ਹੀ ਸੰਬੰਧਿਤ ਹੈ। ਗੁਰਦੇਵ ਪਾਤਸ਼ਾਹ ਨੇ ਅੱਜ ਦੇ ਲਾਸਟ ਵਾਲੇ ਬੰਦ ਵਿੱਚ ਸਾਨੂੰ ਕੀ ਸਮਝਾਇਆ। ਪਾਤਸ਼ਾਹ ਜੀ ਕਹਿੰਦੇ, ਭਗਤਾਂ ਕੈ ਘਰ ਕਾਰਜ ਸਾਚਾ। ਪਿੱਛੇ ਆਪਾਂ ਭਗਤਾਂ ਬਾਰੇ ਸੁਣਿਆ, ਭਗਤਾਂ ਦੀ ਨਿਸ਼ਾਨੀ, ਭਗਤਾਂ ਦਾ ਕਰਮ, ਭਗਤਾਂ ਦੀ ਕੁਆਲਿਟੀ ਕੀ ਹੋਣੀ ਚਾਹੀਦੀ ਹੈ। ਕੱਲ ਵੀ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ, ਮਨ ਮੁਖ ਭਗਤ ਕਰਹਿ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ।
ਮਨਮੁਖ ਬੜੇ ਭਗਤੀਆਂ ਕਰਨ ਵਾਲੇ ਨੇ, ਪਰ ਸਤਿਗੁਰੂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਗੁਰੂ ਨਾਲ ਜੁੜਨਾ ਹੀ ਪਵੇਗਾ। ਗੁਰੂ ਭਗਤੀ ਦਾ, ਸੱਚ ਦਾ ਮਾਰਗ ਦੱਸਦਾ ਗਾ। ਤੇ ਸਾਡੀ ਭਗਤੀ, ਸੋਹਣੀ ਜ਼ਿੰਦਗੀ, ਸਫਲ ਜ਼ਿੰਦਗੀ ਹੀ ਬੰਦੇ ਦੀ ਭਗਤੀ ਹੈ। ਫਿਰ ਪਾਤਸ਼ਾਹ ਨੇ ਜ਼ਿਕਰ ਕੀਤਾ ਸੀ ਨਾ, ਹਉਮੈ ਮਾਇਆ ਰੋਗ ਵਿਆਪੈ ਮਰ ਜਨਮੈ ਦੁੱਖ ਹੋਈ। ਉਹਦੀ ਜ਼ਿੰਦਗੀ ਦੇ ਸਾਰੇ ਇਸ ਤਰ੍ਹਾਂ ਦੇ ਦੁੱਖ ਕੱਟੇ ਜਾਂਦੇ ਨੇ। ਅੱਜ ਕੀ ਕਿਹਾ ਪਾਤਸ਼ਾਹ ਜੀ? ਕਹਿੰਦੇ ਫਿਰ ਜਿਹੜਾ ਇਸ ਕੁਆਲਿਟੀ ਦਾ ਮਨੁੱਖ ਦੁਨੀਆ ਵਿੱਚ ਬਣ ਜਾਂਦਾ, ਇੱਕ ਤੇ ਟੇਕ, ਭਗਤ, ਗੁਰੂ ਨਾਲ ਜੁੜਿਆ ਹੋਵੇ, ਉਹ 'ਚ ਵੱਧ ਤੋਂ ਵੱਧ ਗੁਣ ਹੋਣ, ਉਹ ਮਨਮੁਖ, ਮਨ ਮਤ ਦੇ ਵਿੱਚ ਨਾ ਫਸਿਆ ਹੋਵੇ, ਮਨ ਦੀ ਮਰਜ਼ੀ ਨਾ ਕਰਦਾ ਹੋਵੇ। ਇੱਦਾਂ ਗੁਰੂ ਸਮਝਾਉਂਦਾ ਸਾਨੂੰ ਲਾਸਟ ਵਾਲੇ ਬੰਨ ਤੇ ਲੈ ਗਿਆ। ਇੱਥੇ ਜਾ ਕੇ ਕਿਹਾਗਾ, ਕਹਿੰਦੇ ਭਗਤਾਂ ਦੇ ਤਾਂ ਕਾਰਜ ਵੀ ਉਹ ਪਰਮਾਤਮਾ ਆਪ ਸਫਲ ਕਰਦਾ ਭਾਈ, ਚਾਹੇ ਨਿੱਕਾ ਕਾਰਜ ਆ ਤੇ ਚਾਹੇ ਵੱਡਾ ਕਾਰਜ ਆ। ਉਹ ਵਾਹਿਗੁਰੂ ਆਪ ਉਹਨਾਂ ਦੀ ਅੰਗ ਸੰਗ ਸਹਾਇਤਾ ਕਰਦਾ, ਆਪ ਮਦਦ ਕਰਦਾ। ਕਿਵੇਂ? ਪਾਤਸ਼ਾਹ ਜੀ ਕਹਿੰਦੇ ਇਉਂ ਕਰਦਾ ਗਾ ਵੀ ਇੱਕ ਤਾਂ ਕਾਰਜ ਵਿੱਚ ਸਫਾਈ ਹੋਵੇ। ਕਾਰਜ ਮੀਨਜ਼ ਕੰਮ। ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਦੀ ਕੁਆਲਿਟੀ ਆ, ਉਹਨਾਂ ਦੇ ਕੰਮ ਦੀ ਸਫਾਈ ਹੋਵੇ। ਇੱਥੇ ਜ਼ਿਕਰ ਕੀਤਾ ਕੰਮ ਦੀ ਸਫਾਈ। ਮਤਲਬ ਅਰਥ ਕੀ ਬਣ ਗਿਆ ਵੀ ਉਹਨਾਂ ਦੇ ਕੰਮ ਵਿੱਚ ਕਿਸੇ ਤਰ੍ਹਾਂ ਦੀ ਮੈਲੀ ਭਾਵਨਾ, ਮੈਲੀ ਬਿਰਤੀ ਨਾ ਹੋਵੇ, ਮੈਲੇ ਪੱਖ ਤੋਂ ਦੂਰ ਹੋਵੇ। ਜੇ ਉਹਨਾਂ ਦੇ ਕੰਮ ਵਿੱਚ 2 ਨੰਬਰ ਦਾ ਜੀਵਨ ਆ ਨਾ, ਉਹਨਾਂ ਦੇ ਕੰਮ ਵਿੱਚ 2 ਨੰਬਰ ਦੀ ਕਮਾਈ ਆ, 2 ਨੰਬਰ ਦਾ ਉਹਨਾਂ ਦਾ ਕਿੱਤਾ, ਫਿਰ ਉਹ ਕਿੱਤਾ ਮੈਲਾ, ਫਿਰ ਉਹ ਕੰਮ ਆ ਜਿਹੜਾ ਕਿਸੇ ਲੇਖੇ ਨਹੀਂ ਹੈ। ਉਹ ਪਾਤਸ਼ਾਹ ਨੂੰ ਭਾਉਂਦਾ ਨਹੀਂ। ਹਰ ਜੀਓ ਉਹ ਮਾਲਕ ਜੀ ਨੂੰ ਨਾ ਇਹ ਕੁਛ ਭਾਉਂਦਾ ਨਹੀਂ। 2 ਨੰਬਰ ਦੇ ਧੰਦੇ ਨੂੰ ਪਾਤਸ਼ਾਹ ਨੇ ਨਖਿੱਧ ਕਿਹਾ ਗਾ, ਮਾੜਾ ਕਿਹਾ। ਮੈਲਾ ਕਰਮ ਨਹੀਂ ਹੋਣਾ ਚਾਹੀਦਾ। ਕਾਰਜ ਤੇਰਾ 1 ਨੰਬਰ ਦਾ, ਹੱਕ ਦੀ ਕਮਾਈ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਫਿਰ ਹੱਕ ਦੀ ਕਮਾਈ ਨੂੰ ਗੁਰੂ ਨੇ ਸੋਹਣਾ ਕਾਰਜ ਲਿਖਿਆ ਗਾ, ਸੁੰਦਰ ਕਾਰਜ ਲਿਖਿਆ ਗਾ, ਭਗਤਾਂ ਕਾ ਕਾਰਜ। ਫਿਰ ਅੱਗੇ ਪਾਤਸ਼ਾਹ ਕੀ ਲਿਖਦੇ ਨੇ? ਸੱਚਾ। ਮਤਲਬ ਕੀ ਬਣ ਗਿਆ? ਰੱਬ ਦੇ ਪਿਆਰਿਆਂ ਦਾ ਕੰਮ ਵੀ ਸੱਚਾ ਹੁੰਦਾ ਭਾਈ, ਉਹ ਆਪ ਵੀ ਸੱਚੇ ਹੁੰਦੇ ਨੇ। ਹੁਣ ਪਾਤਸ਼ਾਹ ਜੀ ਕਹਿੰਦੇ ਭਗਤ ਦੇ ਜੀਵਨ ਦੀ ਸੱਚਾਈ, ਕੱਲ ਕਿਹਾ ਸੀ ਉਹਦੀ ਆਵਾਜ਼ ਤੋਂ ਪਤਾ ਲੱਗ ਜਾਂਦਾ, ਤੇ ਅੱਜ ਪਾਤਸ਼ਾਹ ਜੀ ਕਹਿੰਦੇ ਉਹਦੇ ਕੰਮ ਤੋਂ ਪਤਾ ਲੱਗ ਜਾਂਦਾ। ਭਗਤਾਂ ਕੈ ਘਰ ਕਾਰਜ ਸਾਚਾ। ਪਾਤਸ਼ਾਹ ਜੀ ਕਹਿੰਦੇ ਫਿਰ ਉਹਦਾ ਸੱਚਾ ਕਾਰਜ ਹੋਵੇ, ਹਰ ਗੁਣ ਸਦਾ ਬਖਾਣੇ। ਕਾਰਜ ਕਰਦਿਆਂ ਹਰੀ ਨੂੰ ਚੇਤੇ ਰੱਖੇ, ਉਹਦੇ ਗੁਣ ਗਾਵੇ। ਆਪਾਂ ਆਪਣੇ ਤੇ ਗੱਲ ਕਰੀਏ ਵੀ ਆਪਾਂ ਵੀ ਮੰਨ ਲਓ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੇਵਕਾਂ, ਭਗਤਾਂ। ਆਪਣਾ ਕਿੱਤਾ ਕੀ ਹੈ? ਕਿਸੇ ਦੀ ਖੇਤੀ, ਕਿਸੇ ਦੀ ਮਿਹਨਤ ਮਜ਼ਦੂਰੀ ਆ, ਕੋਈ ਦੁਕਾਨਦਾਰੀ ਕਰਦਾ। ਹੁਣ ਸਾਡੇ ਕਾਰਜ ਵਿੱਚ ਸਫਾਈ ਹੋਵੇ। ਸਫਾਈ ਭਾਵ ਕਿਸੇ ਤਰ੍ਹਾਂ ਦੀ ਮੈਲੀ ਬਿਰਤੀ ਨਾਲ ਕੰਮ ਨਾ ਹੋਵੇ। ਸਫਾਈ ਵਾਲੇ ਕਾਰਜਾਂ ਵਿੱਚੋਂ ਸਫਲਤਾ ਬਖਸ਼ਦਾ। ਤਾਈਓ ਆਪਣੀ ਬੋਲੀ ਆ ਸਮਾਜ ਦੀ, ਕਹਿੰਦੇ ਹੱਕ ਦੀ ਕਮਾਈ ਤਾਂ ਭਾਈ ਦੂਰੋਂ ਚਮਕਦੀ ਆ, ਤੇ 2 ਨੰਬਰ ਦੀ ਕਮਾਈ ਹੈ ਜਿਹੜੀ, ਠੀਕ ਆ ਵੀ ਦੁਨਿਆਵੀ ਤਲ ਤੇ ਉਹਦੀ ਚਮਕ ਦਮਕ ਬਹੁਤ ਆ, ਪਰ ਉਹ ਥੋੜੇ ਚਿਰ ਵਾਸਤੇ ਆ। ਹੱਕ ਦੀ ਕਮਾਈ ਉਹ ਸਦਾ ਲਈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਸੱਜਣਾ ਵੀ ਜੇ ਤੇਰੇ ਜੀਵਨ ਵਿੱਚ, ਮਤਲਬ ਸਾਡੇ ਜੀਵਨ ਵਿੱਚ ਹੱਕ ਦੀ ਕਮਾਈ ਹੈ ਤਾਂ ਸਾਡਾ ਜੀਵਨ ਸਲਾਹੁਣ ਯੋਗ ਹੈ। ਅਸੀਂ ਗੁਰੂ ਦੀ ਨਿਗਾਹ 'ਚ ਚੰਗੇ ਇਨਸਾਨਾਂ ਵਿੱਚ ਆ ਜਾਵਾਂਗੇ।
ਗੁਰੂ ਦੀ ਨਿਗਾਹ 'ਚ ਅਸੀਂ ਕਹ ਲੋ ਕਬੂਲ ਹੋ ਜਾਵਾਂਗੇ। ਤਾਈਓ ਪਾਤਸ਼ਾਹ ਨੇ ਲਿਖਿਆ, ਭਗਤਾਂ ਕੈ ਘਰ ਕਾਰਜ ਸਾਚਾ, ਹਰ ਗੁਣ ਸਦਾ ਬਖਾਣੇ। ਫਿਰ ਭਗਤ ਭਾਈ ਉਹ ਰੱਬ ਦੇ ਹਰੀ ਦੇ ਗੁਣ ਹਰ ਵਕਤ ਆਪਣੀ ਜ਼ੁਬਾਨੋਂ ਬੋਲਦੇ ਹੋਣ, ਗਾਉਂਦੇ ਹੋਣ। ਭਗਤ ਖਜ਼ਾਨਾ ਆਪੇ ਦੀਆ, ਕਹਿੰਦੇ ਫਿਰ ਵਾਹਿਗੁਰੂ ਦੀ ਅਜਿਹੀ ਬਖਸ਼ਿਸ਼ ਹੁੰਦੀ ਆ। ਭਗਤ ਖਜ਼ਾਨਾ ਅਰਥ ਕੀ ਬਣ ਗਿਆ? ਕਹਿੰਦੇ ਇਸ ਦੀ ਬਰਕਤ ਨਾਲ ਕਹਿੰਦੇ ਮਨੁੱਖ ਨੂੰ ਉਹ ਪਰਮਾਤਮਾ ਕਹਿੰਦੇ ਆਪਣੇ ਆਪ ਹੀ ਖਜ਼ਾਨਿਆਂ ਦਾ ਮਾਲਕ ਬਣਾ ਦਿੰਦਾ। ਭਗਤ ਖਜ਼ਾਨਾ, ਜਦੋਂ ਮਨੁੱਖ ਕੋਲੇ ਰੱਬੀ ਪਿਆਰ ਆ ਵੜਿਆ ਨਾ, ਤੇ ਉਸ ਵਕਤ ਇਉਂ ਮੰਨ ਲਓ ਵੀ ਆਪਣੀ ਆਮ ਕਹਾਵਤ ਆ ਵੀ ਹਾਥੀ ਦੀ ਪੈੜ ਵਿੱਚ ਸਭ ਕੁਝ ਹੀ ਆ ਜਾਂਦਾ। ਜਦੋਂ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਗੁਣ ਆਵੜੇ ਨਾ, ਰੱਬੀ ਪਿਆਰ ਆਵੜਿਆ, ਤਾਂ ਸਭ ਕੁਝ ਹੀ ਆਵੜਿਆ। ਫਿਰ ਪਿੱਛੇ ਬੰਦਾ ਇਉਂ ਨਹੀਂ ਵੇਖਦਾ ਕੀ ਘਾਟਾ ਕੀ ਵਾਧਾ। ਵੈਸੇ ਘਾਟਾ ਤਾਂ ਪੈਂਦਾ ਹੀ ਨਹੀਂ ਨਾ, ਉਹ ਤਾਂ ਰੱਬੀ ਬਖਸ਼ਿਸ਼ ਹੁੰਦੀ ਆ ਵੀ ਉਹਨਾਂ ਦੀ ਕਿਰਤ ਕਮਾਈ ਸਫਲ ਹੋ ਜਾਂਦੀ ਆ। ਉਹਨਾਂ ਕੋਲ ਘਾਟਾ ਨਾਂ ਦੀ ਚੀਜ਼ ਨਹੀਂ ਹੁੰਦੀਗੀ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ, ਆਪਣੇ ਪਰਿਵਾਰ ਨੂੰ, ਸਮਾਜ ਨੂੰ ਸਫਲ ਕਰਨ ਦੇ ਲਈ ਗੁਰੂ ਤੋਂ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰ ਲਿਆ। ਫਿਰ ਜੇ ਗੁਰੂ ਨਾਨਕ ਸਾਹਿਬ ਇਦਾਂ ਵੇਖਦੇ ਨਾ, ਸੱਚ ਜਾਣੂ ਵੀ ਜਿਹੜਾ ਉਹਨਾਂ ਨੇ ਪ੍ਰਚਾਰ ਕੀਤਾ ਸੱਚ ਦਾ, ਤੇ ਉਹਦੇ ਵਿੱਚ ਕਿਤੇ ਵੀ ਕੋਈ ਲਾਲਚ ਨਾਂ ਦੀ ਚੀਜ਼ ਨਹੀਂ ਨਜ਼ਰ ਆਉਂਦੀ। ਵੀ ਗੁਰੂ ਸਾਹਿਬ ਨੇ ਰੋਟੀ ਨੂੰ ਮੁੱਖ ਰੱਖ ਕੇ ਕਾਰਜ ਕੀਤੇ, ਘਰ ਨੂੰ ਮੁੱਖ ਰੱਖ ਕੇ ਕਾਰਜ ਕੀਤੇ, ਆਪਣੇ ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ ਮੁੱਖ ਰੱਖ ਕੇ ਪ੍ਰਚਾਰ ਕੀਤਾ ਨਾ। ਜੇ ਪ੍ਰਚਾਰ ਕੀਤਾ ਤਾਂ ਉਹਦੇ ਪਿੱਛੇ ਇੱਕੋ ਹੀ ਕਾਰਨ ਆ ਵੀ ਗੁਰੂ ਨੇ ਲੋਕਾਂ ਦੀ ਦਰਦ ਪੀੜ ਆਪਣੇ ਕੰਨਾਂ ਦੇ ਨਾਲ ਸੁਣੀ ਤੇ ਉਹ ਪੀੜ ਨੂੰ ਹਟਾਉਣ ਦੇ ਲਈ ਕਾਰਜ ਕੀਤੇ। ਫਿਰ 1 ਨੰਬਰ ਦੀ ਕਮਾਈ ਹੋ ਗਈ, ਉਹਦੇ ਵਿੱਚ 2 ਨੰਬਰ ਦਾ ਪੱਖ ਨਹੀਂ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਫਿਰ ਰੱਬ ਦੇ ਪਿਆਰਿਆਂ ਕੋਲੇ ਤੋਟ ਕੋਈ ਨਹੀਂ, ਕਮੀ ਕੋਈ ਨਹੀਂ ਗੀ। ਤੇ ਆਪਾਂ ਗੁਰਬਾਣੀ 'ਚ ਇੱਕ ਥਾਂ ਨਹੀਂ ਬਹੁਤ ਥਾਈਂ ਪੜ੍ਹਦੇ ਹਾਂ। ਅੱਜ ਵੀ ਹੁਕਮਨਾਮਾ ਸਾਹਿਬ ਇਹੀ ਆਇਆ, ਵੱਡੇ ਵੱਡੇ ਰਾਜਨ ਅਰ ਭੂਮਣ, ਵੱਡੇ ਵੱਡੇ ਰਾਜੇ, ਭੂਮਣ ਤੋਂ ਭਾਵ ਭੂਮੀ ਦੇ ਮਾਲਕ, ਜ਼ਮੀਨ ਦੇ ਮਾਲਕ, ਵੱਡੇ ਵੱਡੇ ਰਾਜਨ ਅਰ ਭੂਮਣ। ਫਿਰ ਅੱਗੇ ਕੀ ਲਿਖਿਆ? ਤਾਂ ਕੀ ਤ੍ਰਿਸ਼ਨ ਨਾ ਬੁਝੀ, ਕਹਿੰਦੇ ਕਮਲਿਆਂ ਦੀ ਤ੍ਰਿਸ਼ਨਾ ਨਹੀਂ ਬੁਝੀ ਕਦੇ। ਮਤਲਬ ਸਰੀਰਕ ਢਿੱਡ ਤਾਂ ਬੜਾ ਛੋਟਾ, ਪਰ ਜਿਹੜਾ ਤ੍ਰਿਸ਼ਨਾ ਦਾ ਪੇਟ ਆ ਨਾ, ਢਿੱਡ ਆ, ਉਹ ਬਹੁਤ ਵੱਡਾ, ਉਹ ਨਹੀਂ ਰੱਜਦਾ ਕਦੇ। ਸਰੀਰਕ ਤਲ ਤੇ ਜੋ ਵਾਹਿਗੁਰੂ ਨੇ ਸਾਨੂੰ ਢਿੱਡ ਦਿੱਤਾ ਨਾ, ਵੀ ਉਹ ਤਾਂ ਚਲੋ ਬੰਦੇ ਦੇ ਸਰੀਰ ਦੇ ਹਿਸਾਬ ਨਾਲ ਕੰਪੈਸਟੀ ਆ, 2 ਪ੍ਰਸ਼ਾਦੇ 4 5 10 ਜਿੰਨੀ ਲੋੜ ਆ। ਪਰ ਜਿਹੜੀ ਨੀਤ ਆ ਗਈ, ਤ੍ਰਿਸ਼ਨਾ ਗਈ, ਉਹ ਨਹੀਂ ਭਰਦੀ। ਲੋਭੀ ਵਰਤੀ ਉਹ ਨਹੀਂ ਭਰਦੀ ਗੀ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕੀ ਤ੍ਰਿਸ਼ਨ ਨਾ ਬੁਝੀ। ਅੱਗੇ ਕਰਦੇ ਕਿਨੇ? ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੂਝੀ। ਕਹਿੰਦੇ ਉਹ ਤਾਂ ਵਿਚਾਰੇ ਚੁੰਬੜੇ ਰਹਿੰਦੇ ਨੇ ਭਾਈ, ਫਰਾਂ ਲਮਕੇ ਰਹਿੰਦੇ ਨੇ, ਬਹੁਤ ਜ਼ਿਆਦਾ ਜ਼ੋਰ ਲਾਉਂਦੇ ਨੇਗੇ। ਚਲੋ ਪਾਤਸ਼ਾਹ ਕਿਰਪਾ ਕਰਨ। ਇੱਥੇ ਸਿੱਧ ਕੀ ਹੁੰਦਾ? ਪਾਤਸ਼ਾਹ ਜੀ ਕਹਿੰਦੇ ਨਾ ਵੀ ਮਨੁੱਖ ਜਦੋਂ ਪਰਮਾਤਮਾ ਦੇ ਗੁਣਾ ਰੂਪੀ ਖਜ਼ਾਨੇ ਨਾਲ ਜੁੜ ਜਾਂਦਾ, ਫਿਰ ਉਹਨੂੰ ਦੁਨਿਆਵੀ ਖਜ਼ਾਨਿਆਂ ਦੀ ਫਿਕਰ ਨਹੀਂ ਰਹਿੰਦੀ ਗੀ। ਇੱਥੇ ਇਹੀ ਪਾਤਸ਼ਾਹ ਨੇ ਜ਼ਿਕਰ ਕੀਤਾ, ਕਹਿੰਦੇ ਭਗਤ ਖਜ਼ਾਨਾ ਆਪੇ ਦੀਆ। ਹੁਣ ਬਾਕੀ ਖਜ਼ਾਨੇ ਤਾਂ ਮਾਲਕ ਜੀ ਕਿਰਪਾ ਕਰਦੇ ਨੇ, ਸਭ ਆਪਾਂ ਨੂੰ ਇਧਰੋਂ ਉਧਰੋਂ ਇਰਦ ਗਿਰਦੋਂ ਆਸ ਪਾਸੋਂ ਮਿਲ ਜਾਂਦੇ ਨਾ। ਪਰ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਜਿਹੜਾ ਭਗਤੀ ਦਾ, ਗੁਣਾਂ ਦਾ, ਨਾਮ ਦਾ ਖਜ਼ਾਨਾ ਨਾ ਭਾਈ, ਉਹ ਤਾਂ ਵਾਹਿਗੁਰੂ ਕੋਲੋਂ ਹੀ ਮਿਲਦਾ, ਪਰਮਾਤਮਾ ਕੋਲੋਂ ਹੀ ਮਿਲਦਾ ਗਾ। ਉਹ ਵੀ ਉਹਦੀ ਬਖਸ਼ਿਸ਼ ਦੇ ਨਾਲ ਮਿਲਦਾ, ਉਹਦੀ ਕਿਰਪਾ ਦੇ ਨਾਲ ਮਿਲਦਾ। ਭਗਤ ਖਜ਼ਾਨਾ ਆਪੇ ਦੀਆ।
ਉਹ ਆਪ ਮੇਰਾ ਮਾਲਕ ਬਖਸ਼ਿਸ਼ ਕਰਦਾ ਹੈ। ਚਲੋ ਉਹ ਖਜ਼ਾਨਾ ਗੁਰੂ ਨਾਨਕ ਭਗਤਾਂ ਕੋਲੇ, ਭੱਟਾਂ ਕੋਲੇ, ਗੁਰੂ ਸਾਹਿਬਾਨਾਂ ਕੋਲੇ ਅੱਡੋ ਅੱਡ ਪੌੜੀ ਦਰ ਪੌੜੀ ਚੱਲਦਾ ਆਇਆ, ਹੁਣ ਸਾਡੇ ਕੋਲੇ ਵੀ ਹੈਗਾ। ਪਰ ਸਾਨੂੰ ਉਸ ਖਜ਼ਾਨੇ ਤੇ ਕਦੇ ਮਾਣ ਨਹੀਂ ਹੋਇਆ। ਦੁਨਿਆਵੀ ਵਸਤਾਂ ਤੇ ਸਾਨੂੰ ਮਾਣ ਹੈ। ਮੈਂ 20 ਕਿੱਲਿਆਂ ਦਾ, 30 ਕਿੱਲਿਆਂ ਦਾ, 100 ਕਿੱਲੇ ਦਾ ਮਾਲਕ ਹਾਂ। ਮੈਂ ਕੋਠੀ ਦਾ ਮਾਲਕ, ਮੈਂ ਗੱਡੀਆਂ ਦਾ, ਟਰੱਕਾਂ ਦਾ ਮਾਲਕ ਹਾਂ ਨਾ। ਪਾਤਸ਼ਾਹ ਜੀ ਕਹਿੰਦੇ ਜਿਵੇਂ ਦਰਮਾਨ ਕਰਦਾ ਨਾ, ਕਿਤੇ ਤੈਨੂੰ ਗੁਰੂ ਵਾਲੇ ਪਾਸੇ ਵੀ ਮਾਣ ਹੋ ਜਾਵੇ। ਇੱਧਰ ਵੀ ਕਦੇ ਮਾਣ ਵਾਲੀ ਗੱਲ ਹੋਵੇ ਨਾ ਵੀ ਮੇਰੇ ਕੋਲ ਏਡਾ ਵੱਡਾ ਖਜ਼ਾਨਾ ਗੁਣਾਂ ਦਾ, ਇਹ ਮੁੱਕਦਾ ਹੀ ਨਹੀਂ ਗਾ। ਮੈਂ ਤਾਂ ਕੀ ਮੁਕਾਊਂਗਾ, ਮੈਥੋਂ ਬਾਅਦ ਜਿੰਨੀਆਂ ਮਰਜ਼ੀ ਪੀੜ੍ਹੀਆਂ ਆ ਜਾਣ, ਮੈਥੋਂ ਪਹਿਲਾਂ ਕਿੰਨੀਆਂ ਪੀੜ੍ਹੀਆਂ ਚਲੀਆਂ ਗਈਆਂ, ਪਰ ਇਹ ਖਜ਼ਾਨਾ ਨਹੀਂ ਮੁੱਕਦਾ ਨਾ ਭਾਈ। ਏਡਾ ਵੱਡਾ ਖਜ਼ਾਨਾ, ਖਾਵੈ ਖਰਚੈ ਰਲ ਮਿਲ ਭਾਈ। ਪਾਤਸ਼ਾਹ ਨੇ ਜ਼ਿਕਰ ਕੀਤਾ ਨਾ, ਖਾਵੈ ਖਰਚੈ ਰਲ ਮਿਲ ਭਾਈ। ਫਿਰ ਅੱਗੇ ਕੀ ਲਿਖਿਆ, ਤੋਟ ਨਾ ਆਵੈ ਬਦ ਦੋ ਜਾਈ। ਇਹ ਉਹ ਖਜ਼ਾਨਾ ਜਿਹਦੇ ਵਿੱਚ ਕਮੀ ਨਹੀਂ ਪੈਂਦੀ ਕੋਈ। ਸਰਕਾਰਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਆ, ਰਾਜੇ ਮਹਾਰਾਜਿਆਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਆ, ਲੋਕਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਆ। ਪਰ ਜਿਹੜਾ ਮੇਰੇ ਬਾਬੇ ਨਾਨਕ ਨੇ ਨਾ ਸਾਨੂੰ ਖਜ਼ਾਨਾ ਦਿੱਤਾ, ਸਿੱਖਾ ਇਹ ਤੇ ਮਾਣ ਕਰ, ਇਹ ਖਜ਼ਾਨਾ ਕਦੇ ਮੁੱਕਦਾ ਨਹੀਂ ਹੈ। ਨਾ ਇਹ ਖਜ਼ਾਨੇ ਨੂੰ ਕੋਈ ਚੁਰਾ ਸਕਦਾ, ਨਾ ਕੋਈ ਸਾੜ ਸਕਦਾ, ਨਾ ਕੋਈ ਡੋਬ ਸਕਦਾ। ਠੀਕ ਆ, ਬਾਹਰੀ ਤੌਰ ਤੇ ਹਰਕਤਾਂ ਆਪਾਂ ਨੂੰ ਮਿਲ ਜਾਂਦੀਆਂ ਨੇ, ਉਹ ਇੱਕ ਅਲੱਗ ਵਿਸ਼ਾ। ਬਾਹਰੀ ਤੌਰ ਤੇ ਤਾਂ ਹਰਕਤਾਂ ਮਿਲਦੀਆਂ ਨਾ, ਉਹ ਹਰਕਤਾਂ ਵਾਲਾ ਵਿਸ਼ਾ ਅਲੱਗ ਆ। ਇਹ ਥੋੜੀ ਆ ਵੀ ਕੋਈ ਕਿਸੇ ਤਰ੍ਹਾਂ ਦੀ ਏਦਾਂ ਹਰਕਤ ਹੋ ਗਈ ਤੇ ਖਜ਼ਾਨਾ ਮੁੱਕ ਗਿਆ, ਨਾ ਮੁੱਕਦਾ ਨਹੀਂਗਾ। ਹਾਂ, ਬੰਦਾ ਕੋਈ ਆਪਣੀ ਅੰਦਰ ਦੀ ਜਿਹੜੀ ਸ਼ਰਾਰਤ ਆ ਗਈ ਉਹਨੂੰ ਪੂਰੀ ਕਰ ਲੈਂਦਾ, ਉਹ ਬਾਅਦ ਚ ਪਛਤਾਉਂਦਾ ਵੀ ਇਹੋ ਜਿਹੀ ਗੱਲ ਨਹੀਂ। ਚਲੋ ਵਾਹਿਗੁਰੂ ਭਲਾ ਕਰੇ। ਇੱਥੇ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਧਨ ਉਹ ਆ ਕਿਹੜਾ, ਇਹ ਧਨ ਅਖੁੱਟ ਨਾ ਨਖੁੱਟਾ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਤਾਂ ਭਾਈ ਪੂਰੇ ਸਤਿਗੁਰ ਪਾਸੋਂ ਮਿਲਦਾ ਗਾ। ਚਲੋ ਆਪਣੀ ਵਿਚਾਰ ਵੀ ਪਾਤਸ਼ਾਹ ਜੀ ਕਹਿੰਦੇ ਇਹ ਭਾਈ ਧਨ, ਇਹ ਨਾਮ ਦਾ ਖਜ਼ਾਨਾ, ਇਹ ਗੁਣਾਂ ਦਾ ਖਜ਼ਾਨਾ, ਇਹ ਭਗਤੀ ਦਾ ਖਜ਼ਾਨਾ ਗੁਰੂ ਕੋਲੋਂ ਮਿਲਦਾ ਗਾ। ਜਦੋਂ ਇਹ ਖਜ਼ਾਨਾ ਸਾਨੂੰ ਮਿਲ ਗਿਆ, ਫਿਰ ਪਹਿਲੀ ਪੰਕਤੀ ਨਾਲ ਜ਼ਰੂਰ ਜੋੜ ਲਿਓ, ਤੁਸੀਂ ਸਿਆਣੇ ਹੋ। ਜਿਵੇਂ ਜਿਵੇਂ ਆਪਾਂ ਲਾਈਨਾਂ, ਪੰਕਤੀਆਂ, ਤੁਕਾਂ ਪੜ੍ਹਦੇ ਹੁੰਦੇ ਨਾ, ਉਹ ਪਹਿਲੀ ਨਾਲ ਦੂਜੀ ਤੁਕ ਜੁੜਦੀ ਹੈ, ਦੂਜੀ ਨਾਲ ਤੀਜੀ, ਚੌਥੀ, ਪੰਜਵੀਂ, ਇੱਦਾਂ ਜੁੜਦਾ ਜਾਂਦਾ, ਨਾਲ ਮੇਲ ਪੈਂਦਾ ਜਾਂਦਾ। ਪਹਿਲੀ ਪੰਕਤੀ ਕੀ ਸੀ, ਭਗਤਾਂ ਕੈ ਘਰ ਕਾਰਜ ਸਾਚਾ। ਫਿਰ ਰੱਬ ਦੇ ਪਿਆਰੇ ਕਦੇ ਝੂਠਾ ਕੰਮ ਨਹੀਂ ਕਰਦੇ, ਉਹ ਸੱਚਾ ਕੰਮ ਹੀ ਕਰਦੇ ਨੇ। ਨਾ ਉਹਨਾਂ ਨੂੰ ਇਸ ਚੀਜ਼ ਦਾ ਡਰ ਸਹਿਮ ਪੈ ਜਾਂਦਾ ਵੀ ਮੈਂ ਗਲਤ ਕੰਮ ਨਹੀਂ ਕਰਨਾ, ਜੋ ਕੰਮ ਕਰਨਾ ਸੱਚੇ ਹੀ ਕਰਨਾਗਾ। ਫਿਰ ਸੱਚੇ ਕਾਰਜ ਵਿੱਚ ਪਰਮਾਤਮਾ ਮਦਦਗਾਰ ਬਣ ਜਾਂਦਾ ਹੈ। ਉਹ ਵਾਹਿਗੁਰੂ ਮਦਦਗਾਰ ਬਣ ਜਾਂਦਾ ਸੱਚੇ ਕੰਮ 'ਚ। ਝੂਠੇ ਕੰਮ ਦੀ ਗਵਾਹੀ ਨਹੀਂ। ਚੋਰ ਕੀ ਹਾਮਾ ਭਰੇ ਨਾ ਕੋਏ। ਪਾਤਸ਼ਾਹ ਜੀ ਕਹਿੰਦੇ ਚੋਰ ਦੀ ਹਾਮੀ ਨਾ ਕੋਈ ਨਹੀਂ ਭਰਦਾ ਭਾਈ। ਚੋਰ ਕੀਆ ਚੰਗਾ ਕਿਉਂ ਹੋਏ। ਜਿਹੜਾ ਹੋਵੇ ਚੋਰ ਤੇ ਉਹ ਚੰਗਾ ਕੀ ਕਰੂਗਾ, ਚੰਗਾ ਕਰ ਹੀ ਨਹੀਂ ਸਕਦਾ ਕਦੇ। ਇਸ ਕਰਕੇ ਜੇ ਆਪਣੇ ਅੰਦਰ ਦੀ ਭਾਵਨਾ ਚੋਰੀ ਵਾਲੇ ਕਿੱਤੇ ਨਾਲ ਜੁੜੀ ਹੋਈ ਹੈ ਨਾ, ਫਿਰ ਖੁਸ਼ੀ ਭਾਈ ਝਾਕ ਰੱਖੀਏ ਵੀ ਗੁਰੂ ਸਾਡੀ ਅਰਦਾਸ ਸੁਣ ਲੂਗਾ, ਗੁਰੂ ਸਾਡੇ ਅਖੰਡ ਪਾਠ ਤੇ, ਸਹਿਜ ਪਾਠ ਤੇ, ਕਿਸੇ ਤਰ੍ਹਾਂ ਦੇ ਹੋਰ ਵਿਧੀ ਪੂਰਵਕ ਪਾਠ ਤੇ ਖੁਸ਼ ਹੋ ਜੂ ਨਾ। ਜੇ ਭਾਵਨਾ ਸਾਡੀ ਚੋਰੀ ਵਾਲੀ ਆ, 2 ਨੰਬਰ ਦੇ ਕੰਮ ਵਾਲੀ ਆ, ਠੱਗੀ ਵਾਲੀ ਆ ਨਾ, ਫਿਰ ਤਾਂ ਮਤਲਬ ਕੋਈ ਨਹੀਂ ਗਾ। ਇਹ ਤਾਂ ਸ਼ੁੱਧ ਭਾਵਨਾ ਨੂੰ ਮਾਲਕ ਬਖਸ਼ਿਸ਼ਾਂ ਕਰਦਾ ਗਾ। ਚਲੋ ਇੱਥੇ ਪਾਤਸ਼ਾਹ ਜੀ ਕਹਿੰਦੇ ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ। ਕਹਿੰਦੇ ਉਹ ਸਾਰਾ ਨਾ ਰਸਤੇ ਦਾ ਝੰਜਟਾ ਜਿਹੜਾ ਮਤਲਬ ਕਿ ਖਲਾਰਾ ਖਿਲਰਿਆ ਵਿਆ, ਉਹਨੂੰ ਸਾਫ਼ ਕਰ ਦਿੰਦਾ ਗਾ, ਬੌਕਰ ਮਾਰ ਦਿੰਦਾ ਗਾ, ਬਿਲਕੁਲ ਸਫਾਈ ਕਰ ਦਿੰਦਾ ਗਾ।
सफाई किस चीज की, किस चीज ते बोकर मारदा, काल कंटक मार समाणे राम। वो बंदा मौत तो, काल तो बच जाता भाई। काल रूपी कूड़ा, काल रूपी कूड़े ते वाहिगुरू झाड़ू मार दिंदा गा। देखो अपने लिए मौत बहुत वड्डी चीज आ, अपने लिए मौत बड़ी वड्डी चीज़ है। आपां सारे डरदे हैं, तुसीं भी मैं भी, जिन्हों मर्जी पुछ लो। कीड़ी नूं छेड़ो ना, कीड़ी भी डरदी आ। सप चीते बघियाड़ जिन्हां नूं मर्जी छेड़ो, मौत तो एक बारी हर एक जीव डरदा। भावें जिन्नी मर्जी वो जीव दी ना घटिया जून होवे, वो डरदा मौत तो। पर पातशाह जी कहते वो रब जी अगे ना मौत तां इउं आ भाई, किवें जिवें साडे लई ना बेड़े च खिल रिया कूड़ा, रस्ते च खिल रिया कूड़ा, आपां कूड़े ते झाड़ू मारता ते परमात्मा मौत ते काल ते झाड़ू मार दिंदा गा। वो परमात्मा झाड़ू मारना, सफाई कर दिंदा गा। काल कंटक मार समाणे, उन्हें झाड़ू मारता, कहंदा लै तैनूं हुण किसी तरह दा कोई विघन नहीं आवेगा। काल कंटक मार समाणे, काल कंटक मार समाणे। पातशाह जी कहते फिर की है, हर मन भाने नाम निधान सच पाया। कहते फिर तू दुनियावी रुझेवियां विच रुझ के ना आत्मक मौत नहीं मरेगा, क्योंकि आत्मक मौत वाले पास्यों तां ना सफाई होगी भाई। इधरों तां गल निबड़ गई, आत्मक मौत वाले बन्नियों सफाई होगी, इधर तां झाड़ू बज गया, इधर तां खतरा टल गया। खतरा टल गया ना, ते हुण जदों खतरा टल गया ते फिर की आ, बंदा अपने आप नूं ना सुरखरू महसूस करदा भी चलो जिहड़ा खतरे दा कम सी ना वो टल गया, हुण मैनूं कोई खतरा नहीं भाई। काल कंटक मार समाणे राम, काल कंटक मार समाणे हर मन भाणे नाम निधान सच पाया। जदों मौत दा खतरा टल गया, फिर पातशाह जी कहंदे ना बंदे नूं उस अकाल पुरख वाहिगुरू जी दा सच्चा खजाना प्राप्त हो जाता। सच्चा खजाना किहड़ा गा, ज्ञान। फिर वो ज्ञान रूपी खजाने तक पहुँच कर लैंदा। वैसे तो उहदी बख्शिश परमात्मा ने पहलां कर दित्ती, पर फिर होर भी उहदे ते चंगी बख्शिश हो जाती, जिन्हों आपां वधिया बख्शिश कह लईए। फिर उहदी जिंदगी दे विच ना उहनूं सरीरक मौत दा कोई फिक्र आ ते ना उहनूं आत्मक मौत दा कोई खतरा डर हैगा। वो सारे पक्षां तो सुरखरू हो जांदा गा। जिवें कि आपां एक छोटी जी ना इतिहास दे विचों उदाहरण लै लो। सारी आपां जाणदे हां कि बाबा दीप सिंह दे जीवन बारे। बाबा दीप सिंह जी साडी कौम दे बड़े वड्डे महाबली योधे ने, सूरमे ने, जिन्हां दा इतिहास तुसीं रागी ढाडियां पासों केसरा पासों सुनिया भी आ ते पढ़िया भी होवेगा भी उन्हां दा जीवन कैसा गा। उन्हां दे शरीर नालों धाड़ा जिहड़ा वाहिगुरू धौना जिहड़ी वो अलग हो जांदी आ, पर फिर भी वो अकाल पुरख वाहिगुरू जी दी बख्शिश है। जो प्रण गुरु प्यारा ने कीता ना, वो प्रण ते खरा उतरदे नेगे। हुण इत्थे आपां वेखना की है, ये कहानी बाबा दीप सिंह नाल जाके जुड़दी आ। ये सारी दी सारी साखी जिन्नी क आपां सुन ली, मेन गल की वेखनी आ, जिहड़ी गल इत्थे गुरु साहब ने कही है ना, काल कंटक मार समाणे हर मन भाणे। कहंदे फिर उन्हां मनुखां दा मन आ जिहड़ा ना वो वाहिगुरू दे भाणे विच रहिंदा, उहदी रजा विच रहिंदा भाई, उहदी रजा तो कदे बाहर नहीं जांदा गा। हुण बाबा दीप सिंह दा हत्थ आ जिहड़ा वो कलम चलाउंदा भी आ ते कलम नूं घड़दा भी आ, कलम दी राखी भी करदा। हुण आपां सारे जानदे आ ना बाबा दीप सिंह दा जिहड़ा सरीरक बाहूं वाला ताकत आ जिहड़ी उन्हां दी, बुढ़े होया ने किहो जिहा जौहर विखाया गा। एक
ਇਉਂ ਕਹਿ ਲਓ ਸਿੱਖ ਧਰਮ ਦੇ ਵਿੱਚ ਵੱਖਰੀ ਮਿਸਾਲ ਆ ਪੂਰੇ ਦੁਨੀਆ ਦੇ ਲੋਕਾਂ ਵਿੱਚੋਂ। पूरे समाज ना जिन्नी मतलब कि दुनिया की वर्ल्ड के लोग नेगे सारे लोगों चों कमाल ये आ भी सिख धर्म दे विच जिहड़ियां मिसालां ने ना कौतक ने वो अलग नेगे। पर वाहिगुरू भला करे असीं इन्हां गल्लां नूं समझ जाइए, समझे नहीं। हाँ बहुत बारी सुनिया अज साडा बुढ़ेपा कित्थे हैगा, गौर करके वेखीए आपां। अज एक बिरले वीरां नूं ना बजुर्गां नूं छड्ड के बाकियां दा बुढ़ेपा रुल रहा गा, संभलिया होया गा, जां सत्थां चा जां ताश खेडदा कि जां गुरु कोले आउंदा, ये अंकड़े आपां कढ सकदे हां। पर मिसाल की आ इत्थे तीजे पातशाह जीवन चोले लो बुढ़े होए ने, गागर चक्की है, झाड़ू चक्किया, सेवा करते ने, सिमरन भी करते ने, भगती भी करते ने, है ना। बुढ़े होया दे जीवन वाल आपां नज़र मार के वेखनी आ। बाबा बुढ़ा जी दे जीवन वाल निगाह मार के वेख लो। बुढ़े होने 98 साल की उम्र विच गुरु ग्रंथ साहिब दा स्वरूप अपने सिर ते रखिया। वाहिगुरू भला करे जिहड़े अपने होने वाले स्वरूप आ ना ते इन्हां नूं भी जे आपां अपने सीस ते चुकदे आ ना, सिर ते चुकदे आ ते वजन काफ़ी महसूस हुंदा गा। पर बाबा बुढ़ा जी दे ना 98 साल की उम्र विच सीस ते जिहड़ा गुरु ग्रंथ साहिब महाराज जी का स्वरूप आ ना वजन चुक्या गा। चेता रखो प्यार वालिओ, वैसे उन्हां महान रूहां नूं कोई बोझ कोई वजन नहीं लगता, पर आपां अपनी मत मुताबक दुनियावी मत मुताबक गल करदे आ भी जो हरमंदर साहब दे ना विचालड़ी मंजिल ते गुरु ग्रंथ साहिब महाराज जी का स्वरूप आ ना हथ लिखत ते उहनूं वेख्या तुसीं अपनी अखां दे नाल दर्शन कीते आ ते कदे वजन वेखिओ किन्ना होऊगा। 98 साल की उम्र आ ते वजन वेखिओ किन्ना का। फिर रामसर वाले अस्थान तो हरमंदर साहब तक लैके आउंदे ने बुढ़ेपा। अपनी गल आ भी उन्हां दा बुढ़ेपा सफल आ, साडा बुढ़ेपा रुल गया अज। ते इत्थे कल्ला गुरु ग्रंथ साहिब महाराज जी नूं प्रकाश करन दी ग्रंथी सिंह दी ड्यूटी निभाउण वाला पक्ष नहींगा। ते इत्थे तो जाके आपां नूं पता बाबा दीप सिंह ने जिन्हां दी आपां गल करदे आ ना बुढ़े होया ने खंडा भी वाहिया गा। चले कित्थों सी चाले कित्थों पाए नूं आपां नूं सारिआं नूं पता, दमदमा साहिब दी धरती तो अपने हत्थां दे नाल गुरु ग्रंथ साहिब महाराज जी दे स्वरूप लिखे भी आ ते उतारे भी कीते ने। इथों बाबा दीप सिंह ने गुरु ग्रंथ साहिब महाराज जी के स्वरूप वक्खो वक्खरे थावां ते भेजे ने, तख्तां वल भी घत्ते ने। 4 उतारिਆਂ ਦਾ ਜ਼ਿਕਰ आउंदा, चलो वध घट वो वाहिगुरू परमेश्वर आप जाणदा गा। एक गिणती विच आंदा भी 4 उतारे भी कीते नेगे। इथों छड्डण दी सेवा भी कीती है बुढ़ेपे दे विच। चलो जिहड़ी गल आपां वेखदे सी भी बाबा दीप सिंह दा महान जीवन वो आ जिहड़ा कलम चला भी रहा, कलम दी राखी भी करदा ते आखिरकार अपने शरीर दी कलम करवा भी गया। हुण कलम घड़ी जांदी है ना तां उहनूं घड़न तो बाद कलम दा रूप दिता जांदा, कलम दा दर्जा दिता जांदा। सीधा काना, काने दी कलम बनदी है ना, सीधा काना कदे अखर नहीं लिख सकदा। जे ओ काने तो कुछ लिखवाउणा ना कुछ छपवाउणा है तां उहनूं कलम टैप करना पवेगा। मतलब कहण तो भाव उस काने दा जोड़ सिर वढना पवेगा जे वो तो कुछ लिखवाउणा। फिर पातशाह ने बाणी च भी लिखा ना, धन सो कागद कलम धन। वो कागज भी धन ते वो कलम भी धन। जिहड़ी कलम ने अपना सिर दे के कुछ वनण दी हिम्मत विखाई ते इत्थों सिद्ध की हुंदा भी जे आपां अपने कारज सफल करवाउणे ना ते आपां नूं भी अपना सीस कलम करवाउणा पवेगा। एक कलम कानी, एक कलम आपां गुलाब दे फुੱਲ दी भाव देखदे आ ना भी माली भरा होर भी पौदिਆਂ ਦੀਆਂ कलमां कट कट लाउंदे ने अगे
ਤੇ ਚੇਤਾ ਰੱਖਿਓ ਉਹ ਵੀ ਕਲਮ ਕੱਟੀ ਜਾਂਦੀ ਹੈਗੀ। ਕਲਮ ਕੱਟ ਕੇ ਉਹ ਕਲਮ ਬੋਲਦੀ ਆ, ਉਹ ਕਹਿੰਦੀ ਜਿੱਥੇ ਜਿੱਥੇ ਮੈਨੂੰ ਸੁੱਟੇਗਾ ਨਾ ਉੱਥੇ ਉੱਥੇ ਮੈਂ ਆਪਣੇ ਵਰਗੇ ਹੋਰ ਪੈਦਾ ਕਰ ਲੂੰ। ਪਰ ਚੇਤਾ ਰੱਖਿਓ ਸੁੱਕੀ ਕਲਮ ਕਦੇ ਹਰੀ ਨਹੀਂ ਹੁੰਦੀ। ਕਲਮ ਉਹੀ ਕੱਟ ਕੇ ਅੱਗੇ ਲਾਈ ਜਾਂਦੀ ਹੈ ਜਿਸ ਕਲਮ ਦੇ ਵਿੱਚ ਰਸ ਹੈ, ਜਿਸ ਕਲਮ ਦੇ ਵਿੱਚ ਕੁਝ ਨਾ ਕੁਝ ਤਾਕਤ ਹੈ। ਹੁਣ ਸੁੱਕੀ ਕਲਮ ਕਾਨੇ ਦੀ ਕੱਟੀ ਹੈ ਨਾ, ਪਰ ਉਹ ਕਲਮ ਵੀ ਆਪਣੇ ਸੁੱਕੇ ਜੀਵਨ ਨੂੰ ਹਰਾ ਕਰ ਗਈ। ਸੁੱਕੇ ਕੀਏ ਹਰੇ ਖਿਨ ਮਾਹੀ। ਉਹ ਵਾਹਿਗੁਰੂ ਦੀ ਕਿਰਪਾ ਸਦਕਾ ਉਹ ਕਲਮ ਭਾਵੇਂ ਸੁੱਕੀ ਸੀ, ਪਰ ਉਹ ਆਪਣੇ ਨਾਲ ਅਜਿਹੇ ਅੱਖਰ ਲਿਖ ਗਈ। ਉਹਨਾਂ ਅੱਖਰਾਂ ਨੂੰ ਅੱਜ ਆਪਾਂ ਪੜ੍ਹ ਰਹੇ ਹਾਂ, ਸ਼ਬਦ ਗੁਰੂ ਗੁਰਬਾਣੀ ਨੂੰ। ਉਹ ਕਲਮ ਵੀ ਧੰਨ ਆ, ਧੰਨ ਸੋ ਕਾਗਦ ਕਲਮ ਧੰਨ। ਤੀਜੀ ਭਾਵ ਵਿਆਖਿਆ ਕਿਸ ਗੱਲ ਦੀ ਕਰਨੀ ਹੈ ਆਪਾਂ, ਮਨੁੱਖੀ ਸਰੀਰ ਵੀ ਕਦੇ ਕਲਮ ਕੀਤਾ ਜਾਂਦਾ ਗਾ। ਜਦੋਂ ਮਨੁੱਖ ਦਾ ਸਰੀਰ ਸੀਸ ਕੱਟਿਆ ਜਾਵੇ ਨਾ, ਵੱਢਿਆ ਜਾਵੇ, ਤਾਂ ਉਹਨੂੰ ਵੀ ਮੰਨਿਆ ਜਾਂਦਾ ਵੀ ਕਲਮ ਹੋ ਗਿਆ। ਹੁਣ ਇੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਵੀ ਕਲਮ ਕੀਤਾ, ਤੇ ਬਾਬਾ ਦੀਪ ਸਿੰਘ ਦਾ ਸੀਸ ਵੀ ਆ ਨਾ ਜਿਹੜਾ, ਉਹ ਧੜ ਤੋਂ ਅਲੱਗ ਹੁੰਦਾ ਗਾ। ਪਰ ਹੁਣ ਪਿਛਲੀ ਕਲਮ ਦੇ ਨਾਲ ਆਪਾਂ ਗੁਰੂ ਸਾਹਿਬ ਜੀ ਬਾਬਾ ਦੀਪ ਸਿੰਘ ਦੇ ਸੀਸ ਦੀ ਵਿਆਖਿਆ ਕਰਨੀ ਆ। ਹੁਣ ਪਹਿਲੀ ਕਲਮ ਆਪਣਾ ਸੀਸ ਦੇ ਕੇ ਬਹੁਤ ਕੁਝ ਲਿਖ ਗਈ। ਗੁਰੂ ਨਾਨਕ ਸਾਹਿਬ ਦੇ ਮੁਖੋਂ ਨਾ ਉਹ ਕਲਮ ਧੰਨ ਤੇ ਦੀ ਜੋਗ ਬਣ ਗਈ, ਉਹ ਕਲਮ ਸਲਾਹੁਣ ਜੋਗ ਬਣ ਗਈ। ਉਹਦੀ ਵਡਿਆਈ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ। ਫਿਰ ਜਿਹੜੇ ਪੌਦੇ ਦੀ ਗੁਲਾਬ ਦੇ ਫੁੱਲ ਦੀ ਕਲਮ ਕੱਟ ਕੇ ਅੱਗੇ ਲਾਈ ਆ ਨਾ, ਉਹ ਕਲਮ ਵੀ ਬੋਲ ਪਈ, ਕਹਿੰਦੀ ਮੈਨੂੰ ਜਿੱਥੇ ਜਿੱਥੇ ਮਰਜ਼ੀ ਲਿਜਾ ਕੇ ਰੱਖ ਦੇ, ਉੱਥੇ ਉੱਥੇ ਮੈਂ ਆਪਣੇ ਵਰਗੇ ਹੋਰ ਵੀ ਪੈਦਾ ਕਰ ਦੂੰ। ਭਾਵੇਂ ਤੂੰ ਮੈਨੂੰ ਦੋਨਾਂ ਸਿਰਿਆਂ ਤੋਂ ਵੱਢ ਲਿਆ, ਕੋਈ ਚੱਕਰ ਨਹੀਂ, ਮੈਨੂੰ ਮੰਗਰੋਂ ਮੂਹਰੋਂ ਦੋਨਾਂ ਪਾਸੋਂ ਵੱਢਤਾ ਤੂੰ, ਪਰ ਫਿਰ ਵੀ ਮੇਰੇ 'ਚ ਹਿੰਮਤ ਆ, ਮੈਂ ਆਪਣੇ ਵਰਗੇ ਹੋਰ ਵੀ ਬੂਟੇ ਪੈਦਾ ਕਰ ਦੂੰਗਾ। ਪਰ ਗੁਰੂ ਪਿਆਰਿਓ, ਜਿਹੜੀ ਇੱਥੇ ਗੱਲ ਪਾਤਸ਼ਾਹ ਨੇ ਜ਼ਿਕਰ ਕੀਤਾ ਨਾ, ਵੀ ਜੇ ਅਸੀਂ ਆਪਣਾ ਸੀਸ ਗੁਰੂ ਕੋਲੇ ਆ ਕੇ ਕਲਮ ਕਰਵਾ ਲਈਏ ਤਾਂ ਅਸੀਂ ਵੀ ਆਪਣੇ ਵਰਗੇ ਹੋਰ ਪੈਦਾ ਕਰ ਸਕਦੇ ਹਾਂ। ਪਹਿਲਾ ਸੀਸ ਕਿਵੇਂ ਕਲਮ? ਬਾਬਾ ਦੀਪ ਸਿੰਘ ਵਾਂਗ, ਗੁਰੂ ਤੇਗ ਬਹਾਦਰ ਮਹਾਰਾਜ ਜੀ ਵਾਂਗ। ਚਲੋ ਉਹ ਵਕਤ ਆਵੇ ਨਾ ਆਵੇ, ਉਸ ਵਕਤ ਦੀ ਆਪਾਂ ਗੱਲ ਨਹੀਂ ਕਰਦੇ, ਉਹ ਸਮਾਂ ਸੀ ਕਦੇ ਸੀਸ ਕਲਮ ਹੋਏ ਸਰੀਰਕ ਤਲ ਤੇ। ਪਰ ਅੱਜ ਵੀ ਆਪਾਂ ਆਪਣਾ ਸੀਸ ਕਲਮ ਕਰਵਾਉਣਾ, ਉਹ ਕਿਵੇਂ ਕਰਵਾਉਣਾ? ਆਪਣੀ ਮੱਤ ਗੁਰੂ ਨੂੰ ਦੇਣੀ ਹੈ ਤੇ ਗੁਰੂ ਦੀ ਮੱਤ ਆਪਾਂ ਲੈਣੀ ਆ। ਇਹਨੂੰ ਇਉਂ ਮੰਨ ਲਓ, ਜੋ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਭਾਵ ਅਸੀਂ ਆਪਣੀ ਮੱਤ ਗੁਰੂ ਨੂੰ ਦੇ ਕੇ ਨਾ, ਤੇ ਗੁਰੂ ਦੀ ਮੱਤ ਲੈ ਕੇ ਆਪਣਾ ਸੀਸ ਕਲਮ ਕਰਵਾਤਾ। ਤੇ ਜਦੋਂ ਇਹ ਸੀਸ ਕਲਮ ਹੋ ਗਿਆ, ਫਿਰ ਜਦੋਂ ਗੁਰੂ ਦੀ ਮੱਤ ਸਾਡੇ ਪੱਲੇ ਆ ਗਈ ਨਾ, ਫਿਰ ਉਹ ਮੱਤ ਨੂੰ ਆਪਾਂ ਗੁਲਾਬ ਦੇ ਫੁੱਲ ਵਾਂਗ ਨਾ, ਉਹ ਕਲਮ ਨੂੰ ਥਾਂ ਥਾਂ ਖਿਲਾਰਾਂਗੇ। ਜਿਸ ਖਿਲਾਰੇ ਨੂੰ ਗੁਰੂ ਸਾਹਿਬ ਨੇ ਕਿਹਾ ਗਿਆਨ ਨੂੰ ਵੰਡਣਾ, ਜਿੱਥੇ ਜਿੱਥੇ ਗਿਆਨ ਵੰਡਦਾ ਜਾਵੇਂਗਾ, ਉੱਥੇ ਉੱਥੇ ਤੇਰੇ ਵਰਗੇ ਹੋਰ ਪੈਦਾ ਹੁੰਦੇ ਜਾਣਗੇ। ਪਰ ਇਹ ਕੰਮ ਕਰਕੇ ਵੇਖੇ, ਤੇਰੇ ਕਰਨ ਯੋਗ ਸੀ। ਇਹ ਵਾਹਿਗੁਰੂ ਪਰਮਾਤਮਾ ਨੇ ਨਿਯਮ ਬਣਾਇਆ ਹਰ ਕੰਮ ਦੇ ਵਿੱਚ, ਕੱਲਾ ਇਸੇ ਕੰਮ ਦਾ ਨਹੀਂ, ਹਰ ਕੰਮ ਦੇ ਵਿੱਚ। ਇੱਕ ਪਰਿਵਾਰ ਦੀ ਸੰਖਿਆ ਵੱਧਦੀ ਹੈ ਨਾ, ਗਿਣਤੀ ਵੱਧਦੀ ਆ, ਉਹ ਵੀ ਭਾਵ ਪਰਮਾਤਮਾ ਦਾ ਇੱਕ ਨਿਯਮ ਆ, ਇੱਕ ਉਹ ਅਕਾਲ ਪੁਰਖ ਵਾਹਿਗੁਰੂ ਨੇ ਕਾਨੂੰਨ ਬਣਾਇਆਗਾ। ਕੀੜੀ ਤੋਂ ਲੈ ਕੇ ਦਿਖਦੇ ਅਣਦਿਖਦੇ ਜੀਵਾਂ ਨੂੰ ਆਪਾਂ ਤੱਕ ਕੇ ਵੇਖੀਏ, ਆਪਣੇ ਵਰਗੇ ਜੀਵ ਪੈਦਾ ਕਰਨ ਦੀ ਹਰੇਕ ਜੀਵ ਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਤਾਕਤ ਦਿੱਤੀ ਆ ਵੀ ਤੂੰ ਇਹ ਕੰਮ ਕਰਨਾ। ਤੇ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਆ ਵੀ ਤਾਂ ਕੰਮ ਨਾਲ ਕਰਨਾ। ਭਾਵ ਗੁਰੂ ਤੋਂ ਗਿਆਨ ਲੈ ਕੇ ਆਪਣੀ ਮੱਤ ਗੁਰੂ ਨੂੰ ਦੇਣੀ, ਸੀਸ ਕਲਮ ਹੋ ਗਿਆ। ਤੇ ਅੱਗੇ ਗੁਰੂ ਤੋਂ ਮੱਤ ਲੈ ਕੇ ਤੇ ਇਹ ਮੱਤ ਨੂੰ ਅੱਗੇ ਵੰਡਣਾ। ਇਹ ਫਿਰ ਤੇਰਾ ਜੀਵਨ ਇੱਕ ਗੁਲਾਬ ਦੇ ਫੁੱਲ ਦੀ ਕੱਟੀ ਹੋਈ ਨਾ, ਪੌਦੇ ਦੀ ਕੱਟੀ ਹੋਈ ਕਲਮ ਵਰਗਾ ਬਣ ਜਾਵੇਗਾ। ਜਿੱਥੇ ਜਿੱਥੇ ਉਹ ਕਲਮ ਡਿੱਗਦੀ ਜਾਵੇਗੀ ਤੇ ਉੱਥੇ ਉੱਥੇ ਤੇਰੇ ਵਰਗੇ ਗੁਰੂ ਵਰਗੇ, ਗੁਰੂ ਦੇ ਪਿਆਰੇ ਗੁਰਸਿੱਖ ਪੈਦਾ ਹੁੰਦੇ ਜਾਣਗੇ। ਕਿਸੇ ਕਵੀ ਦੀਆਂ ਦੋ ਚਾਰ ਤੁਕਾਂ ਵੀ ਲਿਖੀਆਂ ਨਾ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਤਕਦੀਰ ਬਦਲਣ ਤੋਂ ਭਾਵ ਕੀ ਆ? ਜਿੱਥੇ ਰੱਬੀ ਪਿਆਰਿਆਂ ਦਾ ਖੂਨ ਡੁੱਲ ਜਾਂਦਾ ਨਾ ਭਾਈ, ਉੱਥੇ ਤਾਂ ਨਾ ਉਹਨਾਂ ਵਰਗੇ ਹੋਰ ਵੀ ਪੈਦਾ ਹੋ ਜਾਂਦੇ ਨੇ। ਤੇ ਪਰ ਅੱਜ ਵੱਡੀ ਸਾਜ਼ਿਸ਼ ਦੇ ਤਹਿਤ ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈਗਾ। ਵੈਸੇ ਠੀਕ ਆ ਵੀ ਸੋਚਦੇ ਨੇਗੇ ਪੂਰੀ ਦੁਨੀਆ ਦੇ ਵਿੱਚ ਵੀ ਸਿੱਖ ਮਤ ਨੂੰ, ਖਾਲਸੇ ਨੂੰ ਕਿਵੇਂ ਖਤਮ ਕਰੇਗੇ। ਇਹ ਖਤਮ ਹੋਣ ਵਾਲੀ ਕੌਮ ਕਦੇ ਨਹੀਂ ਬਣਾਈ ਗੁਰੂ ਸਾਹਿਬ ਨੇ,
तो खत्म तद होवेगी ना जे मतलब कि गुरु साहब ने किसी पासों कोई ढिलापन छड्डिया होवे। ठीक आ, कई बार कमजोरी आ जाती है। कमजोरी किवें आउंदी है? जिवें अज दे हालात ने, मनुख अंदरों डरदा भी है ते मनुख दे अंदर एक तौखला एक सहम भी बन गया भी है की बनू, असी खत्म होने के किनारे आ गए। आ भी गए, कोई शक नहीं इहदे च, पर खत्म नहीं होवांगे। ये मालक की बख्शिश है ना, क्योंकि औरंगजेब नूं बकायदा जफरनामा जित दी चिट्ठी विच लिखिया, तू कहना की कहना भी गुरु साहब जी दा पूरा परिवार मैं बर्बाद कर दिता, खत्म कर दिता ना। तू सोचदा बस वो खत्म हो गया। पर पातशाह जी जिक्र की करते ने, कहते अजे मेरा खालसा जिउंदा, जिन्हों कुंडलिया सप कहा, एक भुचंगी कहा, भुचंगी मीन छोटा बच्चा, अजे मेरा कुंडलिया सप ना जिउंदा, भाव वो नहीं खत्म होया, ना खत्म होवे, वो खत्म हुंदा भी नहीं गा, तो खत्म कर भी नहीं सकिया। कोई गल नहीं, तेरे वाल नूं खालसा आ रहा गा, बेफिक्र रह। ते कदे हाठू सिंह ते बाबा गरजा सिंह ने आपां नूं पता ना अपने कन्नां दे नाल सुनिया, कहंदे खालसे तां मर गए, बस खत्म, नमो निशाना खत्म आगा भाई। चलो वाहिगुरू भला करे। फिर उन्हां दोनों गुरु प्यारियां ने आपस विच अपना जीवन ऐसा लोकां दे सामने पेश किया भी जिहड़े लोग कहिंदे सी ना खालसा खत्म, मार दिता, बर्बाद कर दिता, हुण नहीं उठेगा, उन्हां नूं दिखा दिता असी दो ही काफ़ी हां, असी एक ही काफ़ी हां, दो ही काफ़ी है ना। भाव उन्हां ने आपां नूं पता जबरदस्त एक नमूना पेश कीता गा। चलो सतगुरु पातशाह बख्शिश करन। पर अज की है, अज वो लड़ाई साडे संसार दे विच शायद साडे नाल नहीं हो रही। सियाणे ने कहा ना, 3-3 फुट दीयां तलवारां, फुट फुट दे बरसे नेजे, जिहड़े साडी जवानी नूं बर्बाद नहीं कर सके। पर होया की आ, इंच इंच दीयां सरिंजां जवानी नूं बर्बाद कर गईयां। पर वेखना पऊगा भी साडी जवानी सचमुच किधर नूं जा रही है। वो एक साजिश तहत आ, वाहिगुरू भला करे। दुखांत आ साडी कौम दा, पर फिर भी कदे खत्म नहीं होवांगे। बड़े ने अजे कोई गल नहीं, इदां खत्म नहीं होऊगा, पर फिर भी पातशाह की बख्शिश है। इत्थे जिक्र की कीता सी, पातशाह कहंदे जदों आपां एक अद्धे भी रह गए ना, थोड़े भी रह गए, तां भी हौसला अजिहा रखना भी साडा जीवन वो आ जिथे साडा खून डुलूगा ना चंगे गुरमुखां दा, जिथों दी पैड़ पवेगी, छाप पवेगी, उत्थे होर पैदा होणगे। कलम दे वांग ना, जिवें गुलाब दे फुल दी आपां उदाहरण लैती आ, गुलाब दे फुल दी कलम वांग जिथे जिथे वो कलम डिगेगी ना मिट्टी च, ते उत्थे उत्थे होर भी अपने वर्गे फुल पैदा कर लूगी। पर पातशाह जी कहते फुल पैदा करन दी ना, पौधे पैदा करन दी तेरी समर्था होनी चाहिदी आ। सिखा केवल गुरु नूं वेखण, गुरु नूं इधरों उधर तकण दे नाल शायद जीवन ना बदले। एक बारी पढ़, सुन, विचार, जरूर हिम्मत कर, तां तेरे जीवन विच भला हो सकदा। ताइयों पातशाह ने इत्थे लिखिया गा, कहंदे भाई फिर वो वाहिगुरू जी दी किरपा सदका ना, जदों साडी समर्था ये बन गई, असी अपनी मत गुरु नूं अर्पण कर दित्ती, गुरु तो मत ले ली, फिर असी सच्चे खजाने दे मालक बन जावांगे। सच्चे खजाने दे असी मालक बन जावांगे। फिर असी जमीन दे, जायदाद दे बेशक मालक ना बनीए। बड़े बड़े राजे नाल घूमन, उन्हां राजियां महाराजियां दे, महिलां दे, खजानियां दे मालक बेशक ना बनीए, पर असी गुरु नानक पातशाह की बख्शिश किए हुए खजाने के मालक जरूर बन जावांगे। फिर वो खजाने नूं कहा नाम निधान सच पाया, फिर सच अपनी जिंदगी च अपना लवांगे। सदा अखुट कदे नखुट हर दिया सहज सुभाया, ये ओ धन है जिहड़ा कदे खोटा नहीं हुंदा, खोटे पैसे बन के नहीं चलदा गा। भाव ये धन तां सच्चा धन है। ये पातशाह जी कहंदे किसी बिरले बिरले दी झोली विच
ਪੈਂਦਾ ਗਾ। ਆਪਾਂ ਕੱਲ ਵੀ ਸੁਣਿਆ ਸੀ ना लास्ट ਦੇ ਵਿੱਚ ਪਾਤਸ਼ਾਹ ने ਕਿਰਪਾ ਕੀਤੀ ਸੀ, ਕੋਟ ਮੱਧੇ ਕਿੰਨੇ ਪਛਾਣਿਆ, ਕਰੋੜਾਂ ਦੇ ਵਿੱਚੋਂ ਇੱਕ ਅੱਧੇ ਤੇ ਬਖਸ਼ਿਸ਼ ਹੁੰਦੀ ਆ, ਉਹ ਇੱਕ ਹੀ ਕਾਫੀ और दो ही काफी नेगे। ठीक है ना। अगे पासे जिक्र करते ने, हर जन ऊंचे सद ही ऊंचे गुर कै शब्द सुहाया। कहते फिर ना ਜਿਹੜਾ भी मनुख हरि दे परमेश्वर दे नाम नाल जुड़ जाता, वो कहते ਉਹਦੇ वर्गा ही बन जाता गा। हर जन ऊंचे, ऊंचे तो भाव हरि दा जन बहुत बड़ा उच्चा हो जाता गा। किस पक्ष तो? अपने अंतरीव ख्यालों तो। किन्ना उच्चा हो जाता गा, उहदा जीवन तां मती दास, सती दास, भाई तारू सिंह वर्गा बन जाता गा। हुण तारू सिंह दा जीवन देखो, वो तारू सिंह कोई ना शरीर करके नहीं उच्चे हैं, वो शरीर करके भी आम लोगों का 5 साढ़े 5 का कद, उन्हों का 6-7 फुट का कद होगा। आम लोग घरां च रहिंदे आ ते तारू सिंह दा कोई बड़ा सारा 5-7 मंजिला बंगला पाया होवेगा, इउं नहीं वड्डा। आम लोग दिहाड़ी करते ने, वो कोई वड्डी तो वड्डी शाही नौकरी करता होवेगा तां वड्डा गा ना। हरि दा जन उच्चा किस गल तो उच्चा गा? वो इन्हां गल्लां करके उच्चा नहीं भी उन्होंने कोई तकड़ी नौकरी मिली आ, उन्होंने कोई जमीन आ, उहदा कोई बड़ा महल आ, उहदा कोई किसी तरह का बड़ा बिजनेस आगा ना। वो किस गल करके उच्चा गा? पातशाह जी कहते वो इसे गल करके उच्चा गा क्योंकि वो अंदरले तल ते मरिया नहीं है, वो अंदरों जिउंदा। बाहरी भावें वो तारू सिंह दी खोपरी ले गई, पर अंदरों जिउंदा भाई, वो अंदरों नहीं मरियागा। वाहिगुरू भला करे, आउण वाले दिनां दे विच साडी सिख कौम दे महान शहीद भाई तारू सिंह जी दी शहादत दे संबंधी भी इसे धरती ते दिन मनाए जा रहे ने, पर केवल मनाउण जोगे ना रह जाइए, उन्हां दे विचों आपां सिੱਖਿਆ भी लईए भी भाई तारू सिंह दी शहादत किवें होई, की कारण बनिया, की वजह बनी आ। चलो वैसे आपां नूं पता, फिर भी आपां कोशिश करिए भी उस गल नूं समझिए। इत्थे अपनी गल सी उच्चे दी भी रब दा प्यारा उच्चा, वो किवें कद काठ करके नहीं, घर करके नहीं, जमीन करके नहीं, कोई वड्डी छोटी नौकरी करके नहीं, कोई रुपइया करके नहीं, बस गुरु साहब कहंदे इसे करके उच्चा। उहदे कोले हरि वाले गुण ने, परमात्मा वाले गुण ने। हुण परमात्मा बेअंत क्यों आ? ਉਹਦਾ अंत क्यों नहीं पाया जाता? क्योंकि ਉਹਦੇ ਕੋਲੇ गुण ही बहुत ज़्यादा ने। हुण कोई आपां थोड़ी जी निगाह मार के वेखो, ਆਪਾਂ ਆਮ ਹੀ ਸੁਣਦੇ ਆ जी फलाने बंदे को ना इन्ने पैसे ने, वो तो बैंकां भी कालियां करी भरी बैठा, इन्ने पैसे ने, बैंकां सारियां उहदे कब्जे च नेगियां, इन्ने रुपये ने। अच्छा की करूगा? कुछ नहीं, इत्थे रह जाऊगा, है ना। फलाने लीडर कोले, फलाने बाबे कोले, आ एक बाबे का केस भी चल पिया, इकट्ठे होकर सारे लोगों ने उत्ते केस करता। साडे लोगों ने बड़ा तां चक्या वैसे उन्होंने भी, चलो नंबर सारिਆਂ ਦਾ बारी बारी गुरु कृपा करके लगी जाता, चाहे कोई ककार पा के बाबा बनया तो चाहे कोई बिना ककारां तो बाबा गा, वो किसी भी तरह का गा, पर एक ना एक दिन नंबर जरूर मंद कर्मी करने वाले बंदे का लग जाता गा। हुण इत्थे कारण की आ भी उन्हां लोकां तक केस पै रहे नेगे, उन्हां लोकां दे जवाकां नूं, उन्हां लोकां नूं खुद कचहरियां दे विच ना आम प्राइवेट नौकरियां करन वाले जज वकील आवाज़ां मारदे आ, फलाना मुरजम खड़ा होवे भाई। वो साडी निगाह च की आ महंता संता बाबा, पर उत्थे आवाज़ां पैंदियां ने ना आम लोकां वांगू। फिर बड़प्पन किस गल दा? ठीक है ना। चलो जिहड़ी गल आपां वेखदे सी भी आपां वेखदे हां कि फलाना बंदा भाई फलानी गल करके बहुत बड़ा जमीन करके जायदाद करके रुपइया करके अमीर है। पातशाह जी कहंदे फिर इत्थे अमीरी वेखणी आ ना तां इत्थे अमीरी दी जिहड़ी शुरुआत आ वो मर्दाने दे घर विचों हुंदी आ, फिर वो पीढ़ी दर पीढ़ी चलदी है ना अगे। फिर आपां नूं पता किवें ओह सीहे उपल दे घर पहुँचती आ, बिल्कुल गरीब जिहदे घरे डंग दी रोटी वनण दा आटा भी नहीं है, उथों भाव गुरु नानक दे घर दी अमीरी शुरू हुंदी आ। फिर इसे करके गुरु साहब जी कहते ना वो वाहिगुरू दी किरपा सदका भाई वो मनुख गुरु दी निगाह च मालक दी निगाह च उच्चा गा, ਉਹੀ सब तो ਵੱਡਾ गा। ठीक है ना। फिर लिखिया की सी हर जन ऊंचे सद ही ऊंचे गुर कै शब्द सुहाया, जिन्हां कोले गुरु दा शब्द रूपी खजाना ज्ञान हैगा गा, नानक आपे बख्श मलाए जुग जुग शोभा पाया।
ਫਿਰ ਇਹਨਾਂ ਅਮੀਰਾਂ ਦੀ ਕਹਾਣੀ ਤਾਂ ਛੇਤੀ ਮੁੱਕ ਜਾਂਦੀ ਹੈ ਭਾਈ, ਮਰਨ ਤੋਂ ਬਾਅਦ ਵੀ ਮੁੱਕ ਜਾਂਦੀ ਹੈ, ਪਹਿਲੀ ਮੁੱਕ ਜਾਂਦੀ ਹੈ, ਪਹਿਲੀ ਮਰੇ ਹੁੰਦੇ ਨੇ ਤਾਂ। ਫਿਰ ਤਾਂ ਰਾਮ ਗਇਓ, ਰਾਵਣ ਗਇਓ, ਜਾਂਕੋ ਬਹੁ ਪਰਿਵਾਰ ਦੀ ਗੱਲ ਕੀਤੀ ਆ, ਰਾਮ ਵੀ ਗਿਆ, ਰਾਵਣ ਵੀ ਗਿਆ। ਹੁਣ ਤੁਸੀਂ ਸੋਚੋਗੇ ਵੀ ਰਾਮ ਤਾਂ ਸਾਡੀ ਨਿਗਾਹ 'ਚ ਦੇਵਤਾ, ਉਹਦਾ ਜ਼ਿਕਰ ਕਿਉਂ ਉੱਥੇ ਕੀਤਾ, ਉਹ ਤਾਂ ਚੰਗਾ ਹੋਊਗਾ ਨਾ, ਉਹ ਵੀ ਰਾਜਾ, ਰਾਵਣ ਵੀ ਰਾਜਾ। ਗੁਰੂ ਸਾਹਿਬ ਕਹਿੰਦੇ ਦੋਨੀ ਅਮੀਰ ਰਾਜੇ ਨੇਗੇ ਤੇ ਦੋਨੀ ਗਏ। ਭਾਵ ਹੋਰਾਂ ਦੀਆਂ ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਰਾਮ ਗਇਓ, ਰਾਵਣ ਗਇਓ, ਜਾਂਕੋ ਬਹੁ ਪਰਿਵਾਰ, ਕਿੱਡਾ ਵੱਡਾ ਪਰਿਵਾਰ ਸੀ, ਸਭ ਗਏ। 1 ਲੱਖ ਪੂਤ, 1.25 ਲੱਖ ਨਾਤੀ ਦਾ ਹਵਾਲਾ ਹੀ ਦਿੱਤਾ ਗੁਰੂ ਸਾਹਿਬ ਨੇ, ਜਿਵੇਂ ਲੋਕ ਮੰਨਦੇ ਸੀ ਉਵੇਂ। ਹੁਣ ਇੱਥੇ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਪਿਆਰੇ, ਭਾਵੇਂ ਉਹ ਜੁੱਤੀਆਂ ਗੰਢਦਾ, ਭਾਵੇਂ ਉਹ ਖੱਡੀ ਤਾਣੀ ਦਾ ਕੰਮ ਕਰਦਾ, ਭਾਵੇਂ ਉਹ ਮੱਝਾਂ ਚਾਰਦਾ ਤੇ ਭਾਵੇਂ ਉਹ ਦੁਕਾਨਦਾਰੀ ਕਰਦਾ, ਇੱਥੇ ਤਾਂ ਉਹ ਭਾਈ ਸਦਾ ਜੁਗ ਜੁਗ ਜਿਉਂਦੇ ਨੇ। ਆਪਣੀ ਸੀਸ ਹੁੰਦੀ ਨਾ, ਜੁਗ ਜੁਗ ਜੀਓ, ਜੁਗ ਜੁਗ ਜੀਓ ਤੋਂ ਭਾਵ ਕਿ ਤੇਰੀ ਜੁਗ ਜੁਗ ਸ਼ੋਭਾ ਹੋਵੇ, ਮਰਨ ਤੋਂ ਬਾਅਦ ਵੀ ਤੇਰੀ ਵਡਿਆਈ ਹੋਵੇ। ਉਹ ਕਿਵੇਂ ਹੋਵੇਗੀ, ਜੋ ਅੱਜ ਦੀ ਵਿਚਾਰ ਆਪਾਂ ਸੁਣੀ ਹੈ, ਵੀ ਆਪਣੇ ਆਪ ਨੂੰ ਕਲਮ ਬਣਾਈਏ, ਆਪਣੇ ਆਪ ਨੂੰ ਐਸੀ ਕਲਮ ਬਣਾਈਏ ਜਿਵੇਂ ਬਾਬਾ ਦੀਪ ਸਿੰਘ ਦੀ ਉਦਾਹਰਨ ਲੈਤੀ ਸੀ, ਉਹਨਾਂ ਨੇ ਕਲਮ ਦੀ ਰਾਖੀ ਵੀ ਕੀਤੀ, ਕਲਮ ਚਲਾਈ ਵੀ ਤੇ ਆਪਣੇ ਸਰੀਰ ਦੀ ਕਲਮ ਬਣਾ ਵੀ ਲੈਤੀ, ਤੇ ਬੁੱਢੇ ਹੋਇਆਂ ਨੇ ਕੀ ਕੌਤਕ ਵਿਖਾਇਆ ਉਹ ਆਪਾਂ ਸਾਰੇ ਜਾਣਦੇ ਹਾਂ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨਾਨਕ ਆਪੇ ਬਖਸ਼ ਮਲਾਏ, ਉਹਦੀ ਬਖਸ਼ ਸਦਕਾ ਅਸੀਂ ਮੇਰੇ ਮਾਲਕ ਨੂੰ ਮਿਲ ਪਏ, ਜੁਗ ਜੁਗ ਸੋਭਾ ਪਾਇਆ। ਸਾਡੀ ਹੁਣ ਭਾਈ ਸਦਾ ਹੀ ਸੋਭਾ ਰਹੇਗੀ, ਸਾਡੀ ਕਦੇ ਜ਼ਿੰਦਗੀ 'ਚ ਸੋਭਾ ਨਾ ਜਿਉਂਦੇ ਘਟੇ ਤੇ ਨਾ ਸਰੀਰ ਛੱਡਣ ਤੋਂ ਬਾਅਦ ਘਟੇਗੀ। ਇਹ ਗੁਰੂ ਦੇ ਪਿਆਰੇ ਨੂੰ, ਹਰੀ ਦੇ ਪਿਆਰੇ ਨੂੰ ਆਪਣੇ ਗੁਰੂ ਤੇ ਆਪਣੇ ਜੀਵਨ ਤੇ ਵਿਸ਼ਵਾਸ ਮਾਣ ਹੋਣਾ ਚਾਹੀਦਾ। ਇੱਥੋਂ ਤੱਕ ਵਿਚਾਰ ਸਮਾਪਤ ਆ। ਬੋਲਦਿਆਂ ਤੋਂ ਅੱਖਰ ਵੱਧ ਘਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਾ